खबर एसटीएफ ਦੇ ਨਾਲ जुड़ी हुई, एसटीएफ रिपोर्ट ਦੇ ਨਾਲ जुड़ी हुई। एसटीएफ यानी कि जो स्पैशल टास्क फोर्स बनाई गई उसकी रिपोर्ट के उत्ते सुनवाई हुई हाई कोर्ट ਦੇ ਵਿੱਚ ਤੇ ਹਾਈ ਕੋਰਟ ਨੇ पंजाब सरकार ਨੂੰ ਝਾੜ ਪਾਉਂਦੇ ਹੋਏ ਕਿਹਾ कि जे कोई कार्रवाई करन तो रोक नहीं रहा फिर कार्रवाई क्यों नहीं हो रही। हाई कोर्ट ने सवाल भी किया कि असी कार्रवाई करन तो कदों रोकिया है। सरकार के वलों मजीठिया की पटीशन का विरोध किया गया। 9 दिसंबर को इस पूरे मामले के यानी वीरवार को मामले च अगली सुनवाई होगी। एसटीएफ रिपोर्ट खोलने बारे अगली सुनवाई के फैसला संभव है जिस दे उत्ते टिप्पणी की जा सकती है अगली सुनवाई के दौरान हाई कोर्ट के वलों। दरअसल बिक्रम मजीठिया के वलों एक पटीशन पा के हाई कोर्ट के कहा गया कि इस पूरे मामले के कोई भी टिप्पणी या फैसला करने तो पहला उन्होंने जरूर सुनिया जाए। तो बिक्रम मजीठिया की उस पटीशन का विरोध सरकार के वलों जो सरकार के वकील ने उन्होंने वलों किया गया, पर दूजे पासे हाई कोर्ट के वलों जरूर कहा गया कि आखिर तुसीं क्यों कार्रवाई नहीं कर रहे, तुहानूं रोक कौन रहा कार्रवाई करने तो। The state stand, the matter has now been kept for Thursday for hearing. आपने खुद भी कहा कि 4.5 साल से एक्शन नहीं हो पाया है। वो जो कोर्ट के बोला वो कोर्ट के अंदर ही रहनी चाहिए। थैंक यू। अगली तारीख जी पै गई है, पहला वो दस दी कि 9 दिसंबर पई है। कोर्ट की स्पैसीफिक टिप्पणी है कि ये जी है पब्लिक इंटरस्ट लिटिगेशन है, कोई भी इंडिविजुअल विच कोर्ट इंटरस्टिड नहीं है, भावें वो बिक्रम सिंह मजीठिया है, भावें वो एक्स है, भावें वो वाई है, भावें वो जेड है। जेड़ा इशू पब्लिक इंटरस्ट का है वो इशू की है, वो की डिस्कस होना चाहिए, वो कोर्ट की असिस्टेंस किने देनी है, ਉਹਦੇ ਬਾਰੇ ਹੁਣ ਮੈਟਰ ਜਿਹੜਾ ਹੈ 9/12 ਨੂੰ ਪੈ ਗਿਆ। ਜਿਹੜਾ ਫਰੈਂਡ ਆਫ ਦ ਕੋਰਟ ਹੁੰਦੇ ਨੇ ਐਮਐਕਐਸ ਕਿਉਰੇ ਅੱਜ ਉਹ ਕੋਰਟ 'ਚ ਹਾਜ਼ਰ ਨਹੀਂ ਸੀ ਤੇ ਐਡਵੋਕੇਟ ਜਨਰਲ ਨੇ ਕੋਰਟ ਨੂੰ ਰਿਕੁਐਸਟ ਕੀਤੀ ਕਿ ਜਿਹੜੀ ਉਹ ਐਸਟੀਐਫ ਦੀ ਰਿਪੋਰਟ ਹੈ ਉਹਨਾਂ ਨੂੰ ਵਾਪਸ ਕੀਤੀ ਜਾਵੇ। ਉਹ ਅੱਜ ਰਿਕੁਐਸਟ ਹੈ, ਕੋਈ ਅੱਜ ਸੁਣਵਾਈ ਨਹੀਂ। ਉਹਨਾਂ ਨੇ ਮਜੀਠੀਆ ਦੇ ਵੱਲੋਂ ਚੀਮਾ ਸਾਹਿਬ ਪੇਸ਼ ਹੋਏ, ਉਹਨਾਂ ਨੇ ਕਿਹਾ ਵੀ ਸਾਨੂੰ ਸੁਣਿਆ ਜਾਵੇ ਤੇ ਉਹਨਾਂ ਨੇ ਕੋਰਟ ਨੇ ਉਹਨਾਂ ਨੂੰ ਲਿਟਰਲੀ ਸਨਬ ਕੀਤਾ ਵੀ ਤੁਹਾਨੂੰ ਕਿਹਨੇ ਕਿਹਾ ਵੀ ਤੁਹਾਡੇ ਖਿਲਾਫ ਕੁਝ ਹੈਗਾ, ਤੁਸੀਂ ਕਿਉਂ ਆਏ ਹੋ। ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਹਿਣ ਦੀ, ਲੇਕਿਨ ਪਿਛਲੀ ਵਾਰੀ ਵੀ ਇਹੀ ਹੋਇਆ ਸੀ, ਜੱਜ ਸਾਹਿਬ ਨੇ ਕਿਹਾ ਸੀਗਾ ਵੀ ਟਾਈਮ ਵੇਸਟ ਨਾ ਕਰੋ। ਐਤਕੀ ਵੀ ਸ਼ਸ਼ੀਕਾਂਤ ਦੇ ਵਕੀਲ ਨੇ ਵੀ ਸਪੋਰਟ ਕੀਤੀ ਚੀਮਾ ਸਾਹਿਬ ਦੀ ਦਰਖਾਸਤ ਦੀ ਵੀ ਨਹੀਂ ਤੁਸੀਂ ਬਾਕੀ ਸਾਰਾ ਸੁਣੋ, ਇਸ ਬਾਰੇ ਜਲਦੀ ਕਿਉਂ ਜਾ ਰਹੇ ਹੋ। ਸ਼ਸ਼ੀਕਾਂਤ ਬਾਰ-ਬਾਰ ਕਹਿੰਦਾ ਹੈ ਕਿ ਨਹੀਂ ਜੀ ਮੈਂ ਇਹਨਾਂ ਦੇ ਕਰਕੇ ਨਹੀਂ ਵਕੀਲ ਖੜਾ ਕੀਤਾ, ਅੱਜ ਤੱਕ ਤਾਂ ਤੇਰੇ ਕੋਲ ਵਕੀਲ ਨਹੀਂ ਹੋਇਆ, ਹੁਣ ਤੂੰ ਵਕੀਲ ਖੜਾ ਕਰਕੇ ਕਿਸ ਤਰੀਕੇ ਨਾਲ ਸਾਰੀ ਪ੍ਰੋਸੀਡਿੰਗ ਡਿਲੇ ਕਰ ਰਹੀ ਹੈ, ਸਾਰੇ ਲੋਕ ਵਾਚ ਕਰ ਰਹੇ ਨੇ। ਡਰੱਗਸ ਦੇ ਨਾਲ ਜਿਹੜੀਆਂ ਯੰਗ ਸਾਡੀਆਂ ਲਾਈਵਸ ਪੰਜਾਬ ਦੇ ਵਿੱਚ ਅਸੀਂ ਲੂਜ਼ ਕਰ ਰਹੇ ਹਾਂ। ਜਿਹੜੇ ਬੱਚੇ ਆਪਣੀਆਂ ਜੌਬਸ ਤੋਂ ਹਟ ਗਏ ਨੇ, ਆਪਣੀਆਂ ਫੈਮਲੀਆਂ ਤੋਂ ਹਟ ਗਏ ਨੇ, ਜਿਨ੍ਹਾਂ ਦੀਆਂ ਜ਼ਿੰਦਗੀਆਂ ਚਲੀਆਂ ਗਈਆਂ ਨੇ, ਉਸ ਚੀਜ਼ ਨੂੰ ਇੱਕ ਨਜ਼ਰ ਨਾਲ ਦੇਖਣਾ ਜ਼ਰੂਰੀ ਹੈ। ਬੱਚਿਆਂ ਨੂੰ ਜਿਹੜੇ ਡਰੱਗ ਐਡਿਕਟਸ ਨੇ ਉਹਨਾਂ ਨੂੰ ਰੀਹੈਬਿਲਿਟੇਟ ਕਰਨਾ ਜ਼ਰੂਰੀ ਹੈ। ਇਹ ਇਸ਼ੂ ਸਿਰਫ ਇੱਕ ਪਾਰਟਿਕੂਲਰ ਇਲੈਕਸ਼ਨ ਮੋਡ ਦੇ ਵਿੱਚ ਆ ਕੇ ਨੀ ਜਰਕ ਰਿਐਕਸ਼ਨ ਨਾਲ A B ਜਾਂ C ਦੇ ਖਿਲਾਫ ਜਾਣ ਦਾ ਨਹੀਂ ਹੈ। ਮੈਂ ਪਹਿਲਾਂ ਵੀ ਇਹ ਕਿਹਾ ਸੀ, ਮੈਂ ਹੁਣ ਵੀ ਇਹ ਕਹਿ ਰਿਹਾ ਤੇ ਮੇਰੇ ਕਲਾਇੰਟ ਜਿਹੜੇ ਸ਼ਸ਼ੀਕਾਂਤ ਜੀ ਨੇ ਉਹਨਾਂ ਦਾ ਮੁੱਦਾ ਇਹ ਹੈ ਕਿ ਜ਼ਰੂਰ A B C ਜੇ ਇਨਵੋਲਵਡ ਨੇ ਉਹਨਾਂ ਨੂੰ ਫੜੋ, ਲੇਕਿਨ ਉਸ ਚੀਜ਼ ਦੇ ਵਿੱਚ ਜਿਹੜਾ ਮੇਨ ਮੁੱਦਾ ਕੋਰਟ ਦੇ ਸਾਹਮਣੇ ਹੈ, ਜਿਹੜਾ ਕਿ ਕੋਰਟ ਨੇ ਕੈਟੇਗਰਾਈਜ਼ ਕਰਕੇ ਅੱਗੇ ਉਹਨੂੰ ਵਾਈਡਨ ਕੀਤਾ, ਉਹਨੂੰ ਨਾ ਭੁੱਲੋ। ਇਹ ਨਹੀਂ ਕਿ ਕੱਲ ਨੂੰ ਇਲੈਕਸ਼ਨ ਫਰਵਰੀ 'ਚ ਪੰਜਾਬ 'ਚ ਖਤਮ ਹੋਣਗੇ ਤੇ ਡਰੱਗ ਪ੍ਰੋਬਲਮ ਖਤਮ ਹੋ ਗਈ, ਨਹੀਂ ਹੋਏਗੀ। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਗੱਲ ਹੋਵੇਗੀ ਹਾਈ ਕੋਰਟ ਦੇ ਇੱਕ ਹੋਰ ਫੈਸਲੇ ਦੀ। ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੂੰ ਹਾਈ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ। ਅਦਾਲਤ ਨੇ ਆਰਬਿਟ ਅਤੇ ਨਿਊ ਦੀਪ ਦੀਆਂ ਉਹਨਾਂ ਬੱਸਾਂ ਨੂੰ ਛੱਡਣ ਦਾ ਫੈਸਲਾ ਸੁਣਾਇਆ ਜਿਨ੍ਹਾਂ ਨੂੰ ਵੜਿੰਗ ਦੇ ਮੰਤਰੀ ਬਣਦੇ ਹੀ ਬਕਾਇਆ ਟੈਕਸ ਦਾ ਹਵਾਲਾ ਦਿੰਦੇ ਹੋਏ ਜ਼ਬਤ ਕੀਤਾ ਗਿਆ ਸੀ। ਅਕਾਲੀ ਦਲ ਦੇ ਨਾਲ ਜੁੜੀਆਂ ਬੱਸਾਂ ਦੇ ਉੱਤੇ ਤਾਬੜਤੋੜ ਐਕਸ਼ਨ ਲੈਣ ਵਾਲੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੂੰ ਅਦਾਲਤ ਤੋਂ ਵੱਡਾ ਝਟਕਾ ਲੱਗਿਆ ਹੈ। ਸੋਮਵਾਰ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਰਕਾਰ ਦੇ ਫੈਸਲਿਆਂ ਨੂੰ ਪਲਟਦੇ ਹੋਏ ਨਿਊ ਦੀਪ ਅਤੇ ਆਰਬਿਟ ਬੱਸ ਸਰਵਿਸ ਦੇ ਰੱਦ ਪਰਮਿਟ ਮੁੜ ਤੋਂ ਬਹਾਲ ਕਰ ਦਿੱਤੇ। ਦੋਵੇਂ ਆਪਰੇਟਰਸ ਦੀ ਅਰਜ਼ੀ ਨੂੰ ਮਨਜ਼ੂਰ ਕਰਦੇ ਹੋਏ ਅਦਾਲਤ ਨੇ ਸਾਰੀਆਂ ਜ਼ਬਤ ਬੱਸਾਂ ਨੂੰ ਤਤਕਾਲ ਛੱਡਣ ਦੇ ਹੁਕਮ ਵੀ ਦਿੱਤੇ ਨੇ। ਨਾਲ ਹੀ ਜਿਸ ਬਕਾਇਆ ਟੈਕਸ ਨੂੰ ਐਕਸ਼ਨ ਦਾ ਆਧਾਰ ਦੱਸਿਆ ਗਿਆ ਸੀ ਉਸ ਨੂੰ ਕਿਸ਼ਤਾਂ ਦੇ ਵਿੱਚ ਵਸੂਲਣ ਦੇ ਹੁਕਮ ਵੀ ਹੋਏ ਕਿ ਪਰਮਿਟ ਗਲਤ ਰੱਦ ਕੀਤੇ ਗਏ ਨੇ, ਕਾਨੂੰਨ ਦੇ ਬਰਖਿਲਾਫ ਰੱਦ ਕੀਤੇ ਗਏ ਨੇ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ। ਤੇ ਅਲਾਉਡ ਦਾ ਮਤਲਬ ਹੈ ਕਿ ਜੋ ਆਪਾਂ ਮੰਗਿਆ ਕੋਰਟ ਤੋਂ, ਕੋਰਟ ਨੇ ਫੈਸਲਾ ਸਾਡੀ ਮੰਗ ਮਨਜ਼ੂਰ ਕੀਤੀ ਹੈ। ਹਾਈ ਕੋਰਟ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਕਿ ਸਰਕਾਰ ਦਾ ਐਕਸ਼ਨ ਪੂਰੀ ਤਰ੍ਹਾਂ ਦੇ ਨਾਲ ਮਨਮਰਜ਼ੀ ਅਤੇ ਗੈਰ ਕਾਨੂੰਨੀ ਹੈ। ਪਰਮਿਟ ਰੱਦ ਕਰਨ ਤੋਂ ਪਹਿਲਾਂ ਨੋਟਿਸ ਭੇਜਿਆ ਜਾਣਾ ਜ਼ਰੂਰੀ ਸੀ ਜੋ ਕਿ ਨਹੀਂ ਕੀਤਾ ਗਿਆ। ਇਸ ਲਈ ਜ਼ਬਤ ਕੀਤੀਆਂ ਬੱਸਾਂ ਨੂੰ ਫੌਰਨ ਛੱਡਿਆ ਜਾਵੇ। ਇਸ ਤੋਂ ਪਹਿਲਾਂ ਆਰਬਿਟ ਦੇ ਵੱਲੋਂ ਦਲੀਲ ਦਿੱਤੀ ਗਈ ਕਿ ਉਹਨਾਂ ਦੇ ਉੱਤੇ 77 ਲੱਖ ਰੁਪਏ ਦਾ ਟੈਕਸ ਬਕਾਇਆ ਸੀ ਜਿਸ ਨੂੰ ਅਥਾਰਟੀ ਦੇ ਵੱਲੋਂ 4 ਕਿਸ਼ਤਾਂ ਦੇ ਵਿੱਚ ਭਰਨ ਦੀ ਛੋਟ ਦਿੱਤੀ ਗਈ ਸੀ ਅਤੇ ਇਸੇ ਛੋਟ ਦੇ ਤਹਿਤ ਇੱਕ ਕਿਸ਼ਤ ਭਰੀ ਵੀ ਜਾ ਚੁੱਕੀ ਸੀ। ਪਰ
ਪਰ 18 ਅਕਤੂਬਰ ਨੂੰ ਅਚਾਨਕ ਕਿਸ਼ਤਾਂ ਦੇ ਵਿੱਚ ਬਕਾਇਆ ਭਰਨ ਦੀ ਇਜਾਜ਼ਤ ਵਾਪਸ ਲੈ ਲਈ ਗਈ। ਹਾਈ ਕੋਰਟ ਨੇ ਇਸੇ ਹੁਕਮ ਨੂੰ ਗਲਤ ਪਾਇਆ ਤੇ ਸਰਕਾਰ ਦਾ ਫੈਸਲਾ ਪਲਟ ਦਿੱਤਾ। ਤੇ ਜਦ ਇਹਨਾਂ ਨੇ ਟੈਕਸ ਭਰਾਉਣ ਦੀ ਕੋਸ਼ਿਸ਼ ਕੀਤੀ ਆਨਲਾਈਨ, ਤੇ ਆਨਲਾਈਨ ਪੋਰਟਲ ਬੰਦ ਕਰ ਦਿੱਤਾ ਗਿਆ। ਔਰ ਆਨਲਾਈਨ ਪੋਰਟਲ ਜਦ ਬੰਦ ਕਰ ਦਿੱਤਾ ਗਿਆ ਤੇ 15 ਤਰੀਕ ਨੂੰ ਇਹ ਟੈਕਸ ਭਰਵਾਉਂਦੇ ਨੇ, ਤੇ 15 ਤਰੀਕ ਨੂੰ ਇਹਨਾਂ ਨੂੰ ਆਰਡਰ ਮਿਲਦਾ ਹੈ ਜਿਹੜਾ ਦਰਸਾਇਆ ਗਿਆ ਕਿ 12 ਤਰੀਕ ਨੂੰ ਲਿਖਿਆ ਗਿਆ ਹੈ, ਜਿਸ 'ਚ ਕਿਹਾ ਗਿਆ ਵੀ ਤੁਹਾਡੇ ਨਾਨ ਪੇਮੈਂਟ ਆਫ ਟੈਕਸ ਕਰਕੇ ਤੁਹਾਡੇ ਜਿਹੜੇ ਪਰਮਿਟ ਹੈ ਉਹ ਰੱਦ ਕੀਤੇ ਜਾਂਦੇ ਨੇ। ਤੇ ਸਾਡੀ ਜਿਹੜੀ ਮੇਨ ਕਾਨੂੰਨੀ ਬਹਿਸ ਸੀਗੀ ਕੋਰਟ 'ਚ ਉਹ ਇਹ ਸੀਗੀ ਕਿ ਵੀ ਇਹਨਾਂ ਕੋਲ ਬਿਨਾਂ ਨੋਟਿਸ ਦੇ, ਬਿਨਾਂ ਸ਼ੋ ਕਾਜ਼ ਨੋਟਿਸ ਦੇ ਪਰਮਿਟ ਕਰਨ ਦੀ ਕੋਈ ਪਾਵਰ ਨਹੀਂ ਹੈਗੀ। ਜਿਹੜੇ ਮੁੱਦਿਆਂ ਨੂੰ ਲੈ ਕੇ ਕਾਂਗਰਸ ਅਕਾਲੀ ਦਲ ਨੂੰ ਘੇਰਦੀ ਆਈ ਹੈ, ਟਰਾਂਸਪੋਰਟ ਉਹਨਾਂ ਦੇ ਵਿੱਚੋਂ ਇੱਕ ਹੈ। ਇਸ ਲਈ ਮਹਿਕਮੇ ਦੀ ਕਮਾਨ ਸੰਭਾਲਦੇ ਹੀ ਵੜਿੰਗ ਪਹਿਲੇ ਦਿਨ ਤੋਂ ਹੀ ਐਕਸ਼ਨ ਦੇ ਵਿੱਚ ਨਜ਼ਰ ਆਏ। ਪਰ ਹੁਣ ਹਾਈ ਕੋਰਟ ਦਾ ਫੈਸਲਾ ਦੱਸਦਾ ਹੈ ਕਿ ਜਲਦਬਾਜ਼ੀ ਦੇ ਚੱਕਰ ਦੇ ਵਿੱਚ ਮੰਤਰੀ ਜੀ ਤਕਨੀਕੀ ਪੱਖਾਂ ਨੂੰ ਨਜ਼ਰਅੰਦਾਜ਼ ਕਰ ਗਏ। ਚੰਡੀਗੜ੍ਹ ਤੋਂ ਉਮੇਸ਼ ਸ਼ਰਮਾ, ਨਿਊਜ਼ 18 ਪੰਜਾਬ।